ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਸੀਟੈਟ ਦਾ ਐਗਜ਼ਾਮ ਹੋ, ਪੀਟੈਟ ਦਾ ਐਗਜ਼ਾਮ ਹੋ, ਮਾਸਟਰ ਕੈਡਰ ਦੇ ਲਈ ਐਂਡ ਈਵਨ ਈਟੀਟੀ ਕੈਡਰ ਦੇ ਲਈ, ਪੇਪਰ 2 ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਸਾਇੰਸ ਸਬਜੈਕਟ ਜੋ ਪ੍ਰੀਪਰੇਸ਼ਨ ਕਰ ਰਹੇ ਹਾਂ ਈਟੀਟੀ ਕੈਡਰ ਦੇ ਲਈ ਉਸ ਨੂੰ ਕੰਟੀਨਿਊ ਕਰਾਂਗੇ। ਅੱਜ ਆਪਾਂ ਨੈਕਸਟ ਜੋ ਟੌਪਿਕ ਕਰਾਂਗੇ ਫੋਰਸ ਐਂਡ ਲਾਜ਼ ਆਫ ਮੋਸ਼ਨ ਦਾ। ਇਸ ਦਾ ਆਪਾਂ ਪਾਰਟ 1 ਕੰਪਲੀਟ ਕਰ ਚੁੱਕੇ ਹਾਂ, ਤੁਹਾਡਾ ਪਾਰਟ 2 ਰਹੇਗਾ। ਅਗਰ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਉਸ ਨੂੰ ਦੇਖ ਲਓ ਸੋ ਦੈਟ ਤੁਹਾਡੇ ਕਨਸੈਪਟਸ ਕੀ ਹੈ ਕਲੀਅਰ ਹੋ ਜਾਣ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ। ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਲਾਸਟ ਆਪਾਂ ਗੱਲ ਕੀਤੀ ਸੀ ਜੋ ਆਪਣੇ ਕੋਲ ਫੋਰਸ ਹੈ ਇਸ ਨੂੰ ਸਮਝਿਆ ਸੀ। ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਇੰਪੋਰਟੈਂਟ ਨਿਊਟਨਸ ਲਾ, ਨਿਊਟਨਸ ਲਾ ਆਫ ਮੋਸ਼ਨ। ਦੇਖੋ, ਜੋ ਨਿਊਟਨ ਇੱਕ ਸਾਇੰਟਿਸਟ ਹੋਏ ਹੈ, ਸੁਣਿਆ ਹੋਊਗਾ ਨਾਮ ਤੁਸੀਂ, ਸਾਇੰਟਿਸਟ ਹੋਏ ਨੇ। ਇਹਨਾਂ ਨੇ ਨਾ 3 ਲਾ ਦਿੱਤੇ ਸੀਗੇ। ਠੀਕ ਹੈ ਜੀ, ਕਿਸ ਦੇ ਉੱਪਰ ਲਾਜ਼ ਦਿੱਤੇ ਸੀ? ਮੋਸ਼ਨ ਦੇ ਉੱਪਰ, ਜੋ ਇੰਪੋਰਟੈਂਟ ਨੇ। ਕਲੀਅਰ ਕਿ ਅਗਰ ਆਪਾਂ ਸ਼ੁਰੂਆਤ ਕਰੀਏ, ਸਭ ਤੋਂ ਪਹਿਲਾਂ ਇਹਨਾਂ ਨੇ 3 ਲਾ ਦਿੱਤੇ ਸੀ। ਫਸਟ ਲਾ ਦੀ ਆਪਾਂ ਗੱਲ ਕਰਦੇ ਹਾਂ, ਫਸਟ ਲਾ ਆਫ ਮੋਸ਼ਨ। ਪਹਿਲਾ ਲਾ ਕੀ ਸੀ? ਮੋਸ਼ਨ ਤੇ। ਫਸਟ ਲਾ ਆਫ ਮੋਸ਼ਨ। ਦੇਖੋ ਕੀ ਕਿਹਾ ਸੀ ਇਹਨਾਂ ਨੇ, ਪਹਿਲੇ ਲਾ ਦੇ ਵਿੱਚ ਕੀ ਗੱਲ ਕੀਤੀ ਸੀ? ਕਹਿੰਦੇ ਕੋਈ ਵੀ ਓਬਜੈਕਟ ਹੈ, ਐਨੀ ਓਬਜੈਕਟ, ਕੋਈ ਵੀ ਵਸਤੂ ਹੈ ਪੰਜਾਬੀ 'ਚ, ਕਹਿੰਦੇ ਉਹ ਕੀ ਰਹੂਗੀ? ਰੈਸਟ ਤੇ ਰਹੂਗੀ, ਐਟ ਰੈਸਟ। ਰਿਮੇਨਸ ਇਨ ਦ ਸਟੇਟ ਆਫ ਰੈਸਟ, ਪੰਜਾਬੀ 'ਚ ਵੀ ਦੱਸੂਗੀ, ਟੈਨਸ਼ਨ ਨਾ ਲਈਓ। ਰਿਮੇਨਸ ਇਨ ਸਟੇਟ ਆਫ ਰੈਸਟ। And any object in motion will continue in motion, will continue in motion until external force apply। ਦੇਖੋ ਜੀ ਕੀ ਕਹਿਣਾ ਚਾਹੁੰਦੇ ਨੇ ਆਪਾਂ ਨੂੰ, ਜੋ ਨਿਊਟਨ ਦਾ ਫਸਟ ਲਾ ਸੀ, ਕਹਿੰਦੇ ਕੋਈ ਵੀ ਵਸਤੂ ਅਗਰ ਉਹ ਰੈਸਟ 'ਤੇ ਹੈ, ਮਤਲਬ ਸਥਿਰ ਪੋਜੀਸ਼ਨ 'ਤੇ ਹੈ, ਸਥਿਰ ਪਈ ਹੈ, ਤਾਂ ਕਹਿੰਦੇ ਉਹ ਸਥਿਰ ਹੀ ਰਹੂਗੀ। ਅਗਰ ਕੋਈ ਵਸਤੂ ਮੋਸ਼ਨ ਦੇ ਵਿੱਚ ਚੱਲ ਰਹੀ ਹੈ, ਮੂਵ ਕਰ ਰਹੀ ਹੈ, ਤਾਂ ਉਹ ਚੱਲਦੀ ਹੀ ਰਹੂਗੀ। ਕਦੋਂ ਤੱਕ? ਜਦੋਂ ਤੱਕ ਆਪਾਂ ਉਸ 'ਤੇ ਬਾਹਰਲੀ ਕੋਈ ਵੀ ਬਲ ਲਗਾ ਕੇ ਐਕਸਟਰਨਲ ਫੋਰਸ ਅਪਲਾਈ ਨਹੀਂ ਕਰ ਦਿੰਦੇ, ਉਸ ਨੂੰ ਬਲ ਲਗਾ ਕੇ ਰੋਕਿਆ ਨਹੀਂ ਜਾਂਦਾ ਜਾਂ ਸਟਾਰਟ ਨਹੀਂ ਕੀਤਾ ਜਾਂਦਾ, ਓਨੇ ਤੱਕ ਉਹ ਕਹਿੰਦੇ ਆਪਣੀ ਕੀ ਹੈ ਜੋ ਸਥਿਤੀ ਹੈ, ਸਟੇਟ ਹੈ, ਉਸ ਨੂੰ ਨਹੀਂ ਬਦਲੂਗੀ, ਨਹੀਂ ਬਦਲੂਗੀ ਜਾਂ ਨੋਟ ਚੇਂਜ। ਜਿੰਨੇ ਤੱਕ ਕੀ ਹੈ ਆਪਾਂ ਕੋਈ ਬਾਹਰਲੀ ਬਲ ਨਹੀਂ ਲਗਾਉਂਦੇ, ਬਾਹਰਲੀ ਫੋਰਸ ਜਾਂ ਬਲ ਨਹੀਂ ਲਗਾਉਂਦੇ, ਓਨੇ ਤੱਕ ਉਹ ਆਪਣੀ ਪੋਜੀਸ਼ਨ ਨਹੀਂ ਬਦਲੂਗੀ। ਇਹ ਕਿਸੇ ਫਸਟ ਲਾ ਦੱਸਿਆ ਸੀ। ਹੁਣ ਮੈਂ ਤੁਹਾਨੂੰ ਸਮਝਾਉਂਦੀ ਹਾਂ। ਦੇਖੋ ਆ ਕੋਈ ਵੀ ਬੋਲ ਹੈ, ਠੀਕ ਹੈ, ਹੁਣ ਇਹ ਮੰਨ ਲਓ ਸਥਿਰ ਪਈ ਹੈ, ਹਿੱਲ ਨਹੀਂ ਰਹੀ, ਮੀਨਸ ਰੈਸਟ 'ਤੇ ਪਈ ਹੈ। ਕਿਸੇ ਬੱਚੇ ਨੇ ਕੀ ਕੀਤਾ, ਇਸ 'ਤੇ ਕੀ ਕਰਤਾ? ਕਿੱਕ ਕਰਤਾ। ਕਲੀਅਰ, ਕਿੱਕ ਕਰਤਾ ਕਿਸੇ ਬੱਚੇ ਨੇ, ਬੋਲ ਕੀ ਹੋ ਗਈ? ਚੱਲਣੀ ਸ਼ੁਰੂ ਹੋ ਗਈ। ਇਸ ਨੂੰ ਕੀ ਕਿਹਾ ਗਿਆ ਸੀਗਾ? ਫਸਟ ਲਾ ਆਫ ਮੋਸ਼ਨ। ਵੀ ਇਹ ਰੈਸਟ 'ਤੇ ਹੈ ਤਾਂ ਰੈਸਟ 'ਤੇ ਹੀ ਰਹੂਗੀ, ਸਥਿਰ ਪਈ ਹੈ ਤਾਂ ਸਥਿਰ ਹੀ ਰਹੂਗੀ। ਕਿੰਨੇ ਤੱਕ? ਜਿੰਨੇ ਤੱਕ ਕੋਈ ਬਾਹਰਲੀ ਬਲ, ਬਾਹਰਲੀ ਫੋਰਸ ਜਾਂ ਬਲ ਅਪਲਾਈ ਨਹੀਂ ਲਗਾਇਆ ਜਾਂਦਾ, ਠੀਕ ਹੈ, ਓਨੇ ਤੱਕ ਇਹ ਆਪਣੀ ਪੋਜੀਸ਼ਨ ਜਾਂ ਸਟੇਟ ਚੇਂਜ ਨਹੀਂ ਕਰੂਗਾ। ਠੀਕ ਹੈ, ਹੁਣ ਜਿਵੇਂ ਇੱਕ ਕੋਈ ਵੀ ਕਾਰ ਹੈ ਜਾਂ ਸਾਈਕਲ ਲਗਾ ਲਓ, ਠੀਕ ਹੈ, ਸਮਝ ਮੈਨੂੰ ਬਣਾਉਣਾ ਨਹੀਂ ਆਊਗਾ, ਲਿਖ ਦਿੰਦੇ ਹਾਂ, ਚਲੋ ਸਾਈਕਲ ਹੈ, ਚੱਲ ਰਿਹਾ, ਠੀਕ ਹੈ। ਹੁਣ ਮੈਂ ਇਸ ਦੇ ਅੱਗੇ ਕੀ ਲਗਾਤੀ? ਇੱਕ ਫੋਰਸ ਲਗਾਤੀ ਜਾਂ ਬਲ ਲਗਾਤਾ, ਤਾਂ ਇਹ ਕੀ ਹੈ, ਜੋ ਸਾਈਕਲ ਹੈ ਚੱਲਣਾ ਕੀ ਹੋ ਜੂ? ਬੰਦ ਹੋ ਜੂਗਾ। ਮੀਨਸ ਚੱਲਦਾ ਚੱਲਦਾ ਮੋਸ਼ਨ ਦੇ ਵਿੱਚ ਜੋ ਚੱਲ ਰਿਹਾ
ਉਸ ਨੂੰ ਕੀ ਲਿਆਵਾਂਗੇ ਜਦੋਂ ਆਪਾਂ ਸਥਿਰ ਕਰ ਦਾਂਗੇ, ਰੈਸਟ 'ਤੇ ਲੈ ਆਵਾਂਗੇ, ਸਥਿਰ ਕਰ ਦਾਂਗੇ, ਤਾਂ ਉਸ ਨੂੰ ਵੀ ਆਪਾਂ ਕੀ ਕਹਿ ਦਿੰਦੇ ਹਾਂ, ਪਹਿਲੇ ਲਾ ਆਫ ਮੋਸ਼ਨ ਦੇ ਵਿੱਚ ਲਿਆ ਜਾਂਦਾ। ਹੁਣ ਇਹਦੇ ਵਿੱਚ ਨਾ ਇੱਕ ਪ੍ਰੋਪਰਟੀ ਹੈ ਜੋ ਮੇਨ ਰੋਲ ਪਲੇ ਕਰ ਰਹੀ ਹੈ, ਉਹ ਹੈ ਇਨਰਸ਼ੀਆ। ਦੇਖੋ ਇਨਰਸ਼ੀਆ ਕੀ ਹੈ, ਇਹ ਕੀ ਇੱਕ ਟੈਂਡੈਂਸੀ ਹੈ। ਇਨਰਸ਼ੀਆ ਕੀ ਹੈ, ਟੈਂਡੈਂਸੀ ਹੈ ਜਾਂ ਪ੍ਰੋਸੈਸ ਹੈ। ਜਦੋਂ ਕੋਈ ਵੀ ਆਬਜੈਕਟ ਜਾਂ ਵਸਤੂ ਆਪਣੀ ਕੀ ਹੈ ਜੋ ਸਟੇਟ ਹੈ ਚੇਂਜ ਨਹੀਂ ਕਰਦਾ, ਮਤਲਬ ਆਪਣੀ ਸਟੇਟ 'ਤੇ ਹੀ ਰਹਿੰਦਾ। ਰੈਜ਼ਿਸਟ ਐਨੀ ਚੇਂਜ ਇਨ ਸਟੇਟ। ਮੀਨਸ ਕੋਈ ਵੀ ਓਬਜੈਕਟ ਦੀ ਟੈਂਡੈਂਸੀ ਹੈ ਉਹ ਕੀ ਹੈ, ਰਜਿਸਟ ਕਰਦਾ, ਮਤਲਬ ਅਗਰ ਉਹ ਰੈਸਟ 'ਤੇ ਹੈ, ਸਥਿਰ ਹੈ ਤਾਂ ਸਥਿਰ ਹੀ ਰਹੂ, ਅਗਰ ਚੱਲ ਰਿਹਾ ਤਾਂ ਉਹ ਚੱਲੀ ਜਾਊਗਾ ਕਿੰਨੇ ਤੱਕ, ਜਦੋਂ ਬਾਹਰਲੀ ਕੋਈ ਫੋਰਸ ਅਪਲਾਈ ਨਹੀਂ ਹੁੰਦੀ। ਠੀਕ ਹੈ, ਹੁਣ ਜੋ ਇਹ ਇਨਰਸ਼ੀਆ ਆਪਾਂ ਨੇ ਲੈ ਕੇ ਚੱਲੇ ਹਾਂ, ਇਹ ਕਿਸ ਦੇ ਕੰਮ ਆਉਂਦੀ ਹੈ, ਇਹ ਓਬਜੈਕਟ ਦਾ ਕਿੰਨਾ ਭਾਰ ਹੈ ਉਸ 'ਤੇ ਡਿਪੈਂਡ ਕਰਦੀ ਹੈ, ਉਸ 'ਤੇ ਨਿਰਭਰ ਕਰਦੀ ਹੈ। ਮੀਨਸ ਜੋ ਇਨਰਸ਼ੀਆ ਹੈ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਮਾਸ 'ਤੇ, ਕਿੰਨਾ ਭਾਰ ਉਸ ਵਸਤੂ ਦਾ ਹੈਗਾ। ਤਾਂ ਹੀ ਹੁਣ ਆਪਾਂ ਭਾਰ ਦੇ ਹਿਸਾਬ ਨਾਲ ਕੀ ਵਸਤੂ ਨੂੰ, ਐਵੇਂ ਤਾਂ ਹੈ ਨਹੀਂ ਕੋਈ ਵੀ ਇੱਕ ਬੱਚਾ ਰੋਕ ਲੂਗਾ ਕਿਸੇ ਵੀ ਚੀਜ਼ ਨੂੰ, ਨਹੀਂ, ਓਨਾ ਭਾਰ ਹੀ ਆਪਾਂ ਲਗਾਵਾਂਗੇ ਤਾਂ ਕਿ ਉਹ ਜੋ ਵਸਤੂ ਹੈ ਜਾਂ ਓਬਜੈਕਟ ਹੈ, ਜੇ ਰੈਸਟ 'ਤੇ ਹੈ ਤਾਂ ਰੈਸਟ 'ਤੇ ਮਤਲਬ ਮੋਸ਼ਨ ਦੇ ਵਿੱਚ ਲਿਆਉਣ ਲਈ, ਮੋਸ਼ਨ 'ਚ ਹੈ ਤਾਂ ਰੈਸਟ ਦੇ ਵਿੱਚ ਲਿਆਉਣ ਦੇ ਲਈ ਆਪਾਂ ਨੂੰ ਕਿੰਨੀ ਫੋਰਸ ਲਗਾਉਣੀ ਪਊਗੀ। ਠੀਕ ਹੈ, ਕਲੀਅਰ ਹੋਇਆ, ਸਮਝ ਆ ਗਈ। ਉਮੀਦ ਹੈ ਤੁਹਾਨੂੰ ਇਹ ਚੀਜ਼ ਕੀ ਹੈ, ਕਲੀਅਰ ਹੋ ਗਈ ਹੋਊਗੀ। ਨੈਕਸਟ ਆਪਾਂ ਗੱਲ ਕਰਾਂਗੇ, ਦੇਖੋ ਇਸ ਦੇ ਵਿੱਚ ਜੋ ਆਪਣਾ ਪਹਿਲਾ ਲਾ ਹੈ, ਫਸਟ ਲਾ, ਇਸ ਨੂੰ ਹੋਰ ਕੀ ਕਿਹਾ ਜਾਂਦਾ, ਇਸ ਨੂੰ ਕੀ ਹੈ, ਲਾ ਆਫ ਇਨਰਸ਼ੀਆ ਵੀ ਕਿਹਾ ਜਾਂਦਾ, ਕਿਉਂਕਿ ਇਸ 'ਤੇ ਕੀ ਅਪਲਾਈ ਹੋ ਰਿਹਾ, ਇਨਰਸ਼ੀਆ ਦਾ ਲਾ ਕੀ ਆਪਾਂ ਅਪਲਾਈ ਕਰ ਰਹੇ ਹਾਂ, ਤਾਂ ਇਸ ਨੂੰ ਕੀ ਕਿਹਾ ਜਾਂਦਾ, ਲਾ ਆਫ ਇਨਰਸ਼ੀਆ ਵੀ ਕਿਹਾ ਜਾਂਦਾ। ਤਾਂ ਨਿਊਟਨ ਦਾ ਲਾ ਤੁਹਾਨੂੰ ਉਮੀਦ ਹੈ ਸਮਝ ਆ ਗਿਆ ਕਿ ਜਿੰਨੇ ਤੱਕ ਆਪਾਂ ਕੋਈ ਬਾਹਰਲਾ ਬਲ, ਮਤਲਬ ਬਾਹਰੀ ਬਲ ਨਹੀਂ ਲਗਾਉਂਦੇ, ਓਨੇ ਤੱਕ ਉਹ ਵਸਤੂ ਆਪਣੀ ਕੀ ਹੈ, ਸਥਿਤੀ ਨਹੀਂ ਬਦਲੂਗੀ। ਠੀਕ ਹੈ, ਜਿੰਨੇ ਤੱਕ ਆਪਾਂ ਐਕਸਟਰਨਲ ਫੋਰਸ ਨਹੀਂ ਲਗਾਉਂਦੇ, ਉਹ ਜੋ ਵਸਤੂ ਹੈ, ਓਬਜੈਕਟ ਹੈ, ਉਹ ਆਪਣੀ ਸਟੇਟ ਚੇਂਜ ਨਹੀਂ ਕਰੂਗਾ। ਅਗਰ ਰੈਸਟ ਦੇ ਵਿੱਚ ਹੈ ਤਾਂ ਰੈਸਟ 'ਤੇ ਰਹੂਗਾ, ਮੋਸ਼ਨ ਦੇ ਵਿੱਚ ਹੈ ਤਾਂ ਮੋਸ਼ਨ ਦੇ ਵਿੱਚ ਰਹੂਗਾ। ਕਲੀਅਰ, ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਇਹ ਚੀਜ਼ ਵੀ ਕੀ ਹੈ, ਕਲੀਅਰ ਹੋ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਮੋਮੈਂਟਮ ਦੀ। ਮੋਮੈਂਟਮ ਦੀ ਮੈंने ਤੁਹਾਨੂੰ ਇੱਕ ਕੁਐਸਚਨ ਵੀ ਦਿੱਤਾ ਸੀ ਜੋ ਮੋਸਟਲੀ ਬੱਚਿਆਂ ਨੇ ਸੋਲਵ ਨਹੀਂ ਕੀਤਾ, ਟੈਲੀਗ੍ਰਾਮ ਗਰੁੱਪ ਦੇ ਵਿੱਚ ਦਿੱਤਾ ਸੀ ਮੈਂ, ਪਲੀਜ਼ ਸੋਲਵ ਕਰ ਲਿਆ ਕਰੋ, ਇਹ ਤੁਹਾਡੇ ਲਈ ਹੀ ਪਾਉਂਦੀ ਹਾਂ ਮੈਨੂੰ, ਹੁਣ ਮੇਰਾ ਤਾਂ ਕੋਈ ਇਹਦੇ ਵਿੱਚ ਬੈਨੀਫਿਟ ਹੈ ਨਹੀਂ। ਕਲੀਅਰ, ਤਾਂ ਦੇਖੋ ਮੋਮੈਂਟਮ ਕੀ ਹੁੰਦਾ, ਮੋਮੈਂਟਮ ਨੂੰ ਵੈਸੇ ਪੰਜਾਬੀ 'ਚ ਗਤੀ ਕਹਿ ਦਿੰਦੇ ਨੇ ਆਈ ਥਿੰਕ ਸੋ, ਅਤੇ ਇਹ ਕਿਸ ਦੇ ਇਕੁਅਲ ਹੁੰਦੀ ਹੈ, ਇਹ ਮਾਸ ਅਤੇ ਵਿਲੋਸਿਟੀ ਦੀ ਗੁਣਾ ਨੂੰ ਕਿਹਾ ਜਾਂਦਾ ਹੈ। ਮਾਸ ਅਤੇ ਜੋ ਵਿਲੋਸਿਟੀ ਹੈ ਉਸਦੀ ਜੋ ਗੁਣਾ ਕਰਦੇ ਹਾਂ ਉਸ ਨੂੰ ਕੀ ਕਹਿ ਦਿੰਦੇ ਹਾਂ, ਮੋਮੈਂਟਮ ਕਹਿ ਦਿੰਦੇ ਹਾਂ। ਮਤਲਬ ਕਿ ਹੋਰ ਕੀ ਕਹਿ ਸਕਦੇ, ਕਿਸੇ ਵੀ ਓਬਜੈਕਟ ਨੂੰ ਮੂਵ ਕਰਾਉਣ ਦੀ ਜੋ ਪਾਵਰ ਹੈ ਨਾ, ਉਸ ਨੂੰ ਕੀ ਕਿਹਾ ਜਾਂਦਾ ਹੈ, ਮੋਮੈਂਟਮ ਕਿਹਾ ਜਾਂਦਾ ਹੈ। ਮੋਮੈਂਟਮ ਨੂੰ ਪੀ ਦੇ ਨਾਲ ਲਿਖਿਆ ਜਾਂਦਾ, ਕੀ ਹੁੰਦਾ, ਮਾਸ ਅਤੇ ਵਿਲੋਸਿਟੀ ਦੀ ਮਲਟੀਪਲਾਈ ਐਮ ਵੀ ਲਿਖਦਾ। ਦੇਖੋ ਜਿਵੇਂ ਜਿਵੇਂ ਮੋਮੈਂਟਮ ਕਿਵੇਂ ਵਧੂਗਾ, ਜਿਵੇਂ ਜਿਵੇਂ ਮਾਸ ਵਧੂਗਾ, ਜਿਵੇਂ ਜਿਵੇਂ ਵਸਤੂ ਦਾ ਮਾਸ ਵੱਧ ਰਿਹਾ ਉਵੇਂ ਉਵੇਂ ਕੀ ਵਧੂਗੀ, ਮੋਮੈਂਟਮ ਵਧੂਗਾ, ਮਤਲਬ ਪੀ ਵਧੂਗਾ। ਜਿਵੇਂ ਜਿਵੇਂ ਵਿਲੋਸਿਟੀ ਵਧੂਗੀ ਉਵੇਂ ਉਵੇਂ ਵੀ ਕੀ ਹੋਊਗਾ, ਮੋਮੈਂਟਮ ਵਧੂਗਾ। ਕਲੀਅਰ, ਤਾਂ ਇਸ ਨੂੰ ਇਸ ਤਰ੍ਹਾਂ ਨਾਲ ਵੀ ਆਪਾਂ ਕਹਿ ਸਕਦੇ ਹਾਂ। ਸਮਝ ਆਇਆ, ਉਮੀਦ ਹੈ ਤੁਹਾਨੂੰ ਸਮਝ ਆ ਚੁੱਕਿਆ। ਦੇਖੋ ਜਿਵੇਂ ਹੁਣ ਕੋਈ ਵੀ ਵਾਹਨ ਹੈ ਜਾਂ ਵਹੀਕਲ ਹੈ, ਵਾਹਨ ਹੈ, ਕਹਿੰਦੇ ਇਹਨਾਂ ਦੀ ਸਪੀਡ ਕੀ ਹੁੰਦੀ ਹੈ, ਤੇਜ਼ ਹੁੰਦੀ ਹੈ ਕੁਛ ਦੀ, ਜਿਵੇਂ ਕਾਰ ਆਪਾਂ ਕਿੰਨੀ ਤੇਜ਼ ਸਪੀਡ 'ਤੇ ਚਲਾ ਲੈਂਦੇ ਹਾਂ ਨਾ, ਤਾਂ ਇਸ ਦਾ ਮਤਲਬ ਇਹਨਾਂ ਦੀ ਗ੍ਰੇਟਰ ਕੀ ਹੋਊਗਾ, ਜ਼ਿਆਦਾ ਕੀ ਹੋਊਗਾ, ਮੋਮੈਂਟਮ ਹੋਊਗਾ। ਮੋਮੈਂਟਮ ਜਾਂ ਗਤੀ ਵੀ ਕੀ ਹੋਊਗੀ, ਜ਼ਿਆਦਾ ਹੋਊਗੀ ਐਜ਼ ਕੰਪੈਰੀਜ਼ਨ ਟੂ ਹੁਣ ਕੋਈ ਵੀ ਸਾਈਕਲ ਹੈ, ਹੁਣ ਸਾਈਕਲ ਤਾਂ ਸਲੋ ਹੀ ਚੱਲਦਾ ਨਾ ਕਾਰ ਦੇ ਕੰਪੈਰੀਜ਼ਨ, ਤਾਂ ਇਸ ਦਾ ਮਤਲਬ ਇਹਦੀ ਸਪੀਡ ਸਲੋ ਹੈ, ਇਸ ਦਾ ਮਤਲਬ ਇਹਦਾ ਮੋਮੈਂਟਮ ਕੀ ਹੋ ਗਿਆ, ਆਪਣੇ ਕੋਲ ਘੱਟ ਜੂਗਾ, ਓਨਾ ਹੀ ਲੈਸ ਹੋ ਜਾਊਗਾ। ਠੀਕ ਹੈ, ਮੈंने ਦੋ ਚੀਜ਼ਾਂ ਦਾ ਕੰਪੈਰੀਜ਼ਨ ਕੀਤਾ, ਇੱਥੇ ਕੋਈ ਕਾਰ ਦਾ ਕੀਤਾ ਐਂਡ ਇਸ ਸਾਈਡ ਆਪਾਂ ਕੋਈ ਸਾਈਕਲ ਦਾ ਕੀਤਾ, ਦੋ ਚੀਜ਼ਾਂ ਦਾ ਕੀ ਕਰ ਲਿਆ ਆਪਾਂ ਨੇ, ਕੰਪੈਰੀਜ਼ਨ ਕਰ ਲਿਆ। ਹੁਣ SI ਯੂਨਿਟ ਦੀ ਅਗਰ ਮੈਂ ਗੱਲ ਕਰਾਂ, ਮੋਮੈਂਟਮ ਦੀ ਆਪਣੇ ਕੋਲ ਕੀ ਹੈ,
ਕੀ ਹੁੰਦਾ ਹੈ m ਇੰਟੂ v, ਮਾਸ ਇੰਟੂ ਵੈਲੋਸਿਟੀ। ਮਾਸ ਨੂੰ ਕਿਹਦੇ 'ਚ ਮਾਪਿਆ ਜਾਂਦਾ ਹੈ ਕਿਲੋਗ੍ਰਾਮ ਦੇ ਵਿੱਚ, ਵੈਲੋਸਿਟੀ ਨੂੰ ਮੀਟਰ ਪਰ ਸੈਕਿੰਡ ਦੇ ਵਿੱਚ। ਤਾਂ ਇਸ ਦੀ ਕੀ ਹੈ ਯੂਨਿਟ ਕੀ ਬਣ ਗਈ ਕਿਲੋਗ੍ਰਾਮ ਮੀਟਰ ਪਰ ਸੈਕਿੰਡ। SI ਯੂਨਿਟ ਅਗਰ ਮੋਮੈਂਟਮ ਦੀ ਪੁੱਛ ਲੈਣ, ਮੈਂ ਤੁਹਾਨੂੰ ਨਾ ਉਹਦੀ ਪੁੱਛੀ ਸੀ ਫੋਰਸ ਦੀ, ਕਾफ़ी ਸਾਰੇ ਬੱਚਿਆਂ ਨੇ ਗਲਤ ਆਨਸਰ ਕਰ ਰੱਖਿਆ ਸੀ। ਫੋਰਸ ਦੀ SI ਯੂਨਿਟ ਨਿਊਟਨ ਹੈ, ਇਹ ਧਿਆਨ 'ਚ ਰੱਖਿਓ। SI ਯੂਨਿਟ ਪੁੱਛਿਆ ਗਿਆ ਸੀ ਉੱਥੇ। ਤੁਸੀਂ ਕੀ ਹੈ ਸਿੰਪਲੀ ਜੋ ਫਾਰਮੂਲੇ ਅਕੋਰਡਿੰਗ ਵੈਲੋਸਿਟੀ ਫਾਰਮੂਲਾ ਬਣਦਾ ਤੁਸੀਂ ਉਹ ਦੱਸੀ ਜਾਂਦੇ ਸੀਗੇ, ਠੀਕ ਹੈ ਜੀ। ਉਹ ਨਹੀਂ ਦੱਸਣਾ, SI ਪੁੱਛੀ ਗਈ ਸੀ ਤਾਂ SI ਯੂਨਿਟ ਹੀ ਦੱਸਿਆ ਕਰੋ। ਕਲੀਅਰ। ਨੈਕਸਟ ਆਪਣੀ ਜੋ ਟਰਮ ਦੀ ਗੱਲ ਕਰਾਂਗੇ, ਨੈਕਸਟ ਹੈ ਦੇਖੋ ਹੁਣ ਇਹਦੇ ਅਕੋਰਡਿੰਗ ਇੱਕ ਹੋਰ ਦੱਸਦੀ ਹਾਂ ਤੁਹਾਨੂੰ ਕੀ ਹੈ ਨਮੈਰੀਕਲ ਕੱਢਣੇ ਵੀ ਆ ਸਕਦੇ ਆ। ਮੰਨ ਲਓ ਤੁਹਾਨੂੰ ਕਹਿੰਦਾ ਮੋਮੈਂਟਮ ਪਤਾ ਕਰੋ, ਕੋਈ ਕਾਰ ਹੈ ਜਿਹਦਾ ਮਾਸ ਕਿੰਨਾ 1000 ਕਿਲੋਗ੍ਰਾਮ ਹੈ ਅਤੇ ਉਹ ਕਿੰਨੀ ਵੈਲੋਸਿਟੀ ਨਾਲ ਕੀ ਹੈ ਕਾਰ ਚੱਲ ਰਹੀ ਹੈ ਆਪਣੇ ਕੋਲ 50 ਮੀਟਰ ਪਰ ਸੈਕਿੰਡ ਨਾਲ ਚੱਲ ਰਹੀ ਹੈ, ਠੀਕ ਹੈ। ਤਾਂ ਮੋਮੈਂਟਮ ਕਿਵੇਂ ਪਤਾ ਕਰਦੇ ਆ, ਮਾਸ ਇੰਟੂ ਵੈਲੋਸਿਟੀ ਗੁਣਾ ਕਰ ਦਿਓ, 1000 ਦੀ ਕਿਹਦੇ ਨਾਲ ਗੁਣਾ ਕਰਤੀ 50 ਦੀ, ਕੀ ਬਣ ਗਿਆ ਆਪਣੇ ਕੋਲ ਕਿੰਨਾ ਬਣ ਜੂਗਾ 50000। ਪਿੱਛੇ SI ਯੂਨਿਟ ਕੀ ਪਾਵਾਂਗੇ ਆਪਾਂ ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਇਹ ਕੀ ਬਣ ਗਈ ਆਪਣੇ ਕੋਲ SI ਯੂਨਿਟ ਬਣ ਗਈ। ਕਲੀਅਰ। ਹੁਣ ਆਪਾਂ ਗੱਲ ਕਰਾਂਗੇ ਸੈਕਿੰਡ ਲਾ ਦੀ, ਦੂਸਰਾ ਲਾ ਹੈ ਜੋ ਮੋਸ਼ਨ ਦਾ, ਸੈਕਿੰਡ ਲਾ ਆਫ ਮੋਸ਼ਨ। ਸੈਕਿੰਡ ਲਾ ਆਫ ਮੋਸ਼ਨ ਕੀ ਕਹਿੰਦਾ, ਇਹ ਸਟੇਟ ਕਰਦਾ ਰੇਟ ਆਫ ਚੇਂਜ ਆਫ ਮੋਮੈਂਟਮ, ਜੋ ਕੀ ਹੈ ਚੇਂਜ ਆ ਰਿਹਾ ਮੋਮੈਂਟਮ ਦੇ ਵਿੱਚ, ਰੇਟ ਆਫ ਚੇਂਜ ਆਫ ਮੋਮੈਂਟਮ। ਦੇਖੋ ਇਹ ਨਾ ਜੋ ਲਾਜ਼ ਹੁੰਦੇ ਆ ਮੇਨਲੀ ਇੰਗਲਿਸ਼ ਹੀ ਹੁੰਦੇ ਆ, ਤਾਂ ਇਹਨਾਂ ਨੂੰ ਐਵੇਂ ਧਿਆਨ ਦੇ ਵਿੱਚ ਰੱਖ ਲਿਓ। ਇਹ ਕੀ ਹੁੰਦੇ ਨੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਨੇ ਕਿਸ ਦੇ, ਜੋ ਆਪਾਂ ਕੀ ਕੀਤੀ ਹੈ ਫੋਰਸ ਅਪਲਾਈ ਕੀਤੀ ਹੈ, ਜੋ ਫੋਰਸ ਅਪਲਾਈ ਕੀਤੀ ਹੈ, ਠੀਕ ਹੈ ਜੀ ਉਸ ਦੇ। ਹੋਰ ਕਿਵੇਂ ਲਿਖ ਸਕਦੇ ਜੋ ਫੋਰਸ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਕਿਸ ਦੇ, ਰੇਟ ਆਫ ਚੇਂਜ ਆਫ ਮੋਮੈਂਟਮ ਦੇ, ਅਗਰ ਸ਼ਾਰਟ ਦੇ ਵਿੱਚ ਲਿਖਣੀ ਹੋਵੇ। ਕਲੀਅਰ। ਉਮੀਦ ਹੈ ਤੁਹਾਨੂੰ ਕਲੀਅਰ ਹੋ ਗਿਆ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਸੈਕਿੰਡ ਲਾ ਆਫ ਮੋਸ਼ਨ ਕਹਿ ਦਿੰਦੇ ਹਾਂ। ਤਾਂ ਫੋਰਸ ਹੁਣ ਰੇਟ ਆਫ ਚੇਂਜ ਆਫ ਮੋਮੈਂਟਮ ਦਾ ਕੀ ਮਤਲਬ ਹੈ, ਮੋਮੈਂਟਮ ਆਪਣੇ ਕੋਲ ਕੀ ਸੀ MV, ਇਹੀ ਸੀ ਨਾ। ਤਾਂ ਇੱਥੇ ਕੀ ਆ ਜੋ ਆਪਣੇ ਕੋਲ ਫਾਈਨਲ ਵੈਲੋਸਿਟੀ, ਮਤਲਬ ਅਗਰ ਮੈਂ M ਕਾਮਨ ਕੱਢ ਲਾਂ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਡਿਵਾਈਡਡ ਬਾਈ ਟਾਈਮ T। ਦੇਖੋ ਇਸ ਤਰ੍ਹਾਂ ਨਾਲ, ਜਾਂ ਕੀ ਲਿਖ ਸਕਦੇ ਹੋ ਅਗਰ ਆਪਾਂ ਗੱਲ ਕਰੀਏ MV ਕੀ ਹੋ ਗਿਆ ਫਾਈਨਲ ਆਪਣੇ ਕੋਲ ਮੋਮੈਂਟਮ ਮਾਈਨਸ MU ਇਨੀਸ਼ੀਅਲ ਮੋਮੈਂਟਮ ਡਿਵਾਈਡਡ ਬਾਈ ਟਾਈਮ ਦੇ ਨਾਲ, ਠੀਕ ਹੈ। ਹੁਣ ਦੇਖੋ ਜੋ ਆ V ਮਾਈਨਸ U ਬਾਈ T ਸੀ, ਇਹ ਆਪਣੇ ਕੋਲ ਐਕਸਲਰੇਸ਼ਨ ਹੁੰਦਾ। ਧਿਆਨ 'ਚ ਹੋਣਾ, ਮੈंने ਤੁਹਾਨੂੰ ਫਸਟ ਕਲਾਸ ਦੇ ਵਿੱਚ ਕਰਵਾਇਆ ਸੀ, ਜੋ ਆਪਾਂ ਨੇ ਫੋਰਸ ਤੇ ਫਸਟ ਕਲਾਸ ਮਤਲਬ ਪਹਿਲਾ ਲੈਕਚਰ ਲਗਾਇਆ ਸੀ ਉਸ ਦੇ ਵਿੱਚ ਕਰਵਾਇਆ ਸੀ ਕਿ ਇਹ ਐਕਸਲਰੇਸ਼ਨ ਦੇ ਇਕੁਅਲ ਹੁੰਦਾ। ਹੁਣ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਮੈਂ ਕੋਈ ਨਾ ਕੋਈ ਕੌਨਸਟੈਂਟ ਲਗਾਉਂਗੀ। ਮੰਨ ਲਓ ਮੈਂ ਕੌਨਸਟੈਂਟ ਲਗਾਤਾ K K ਦੀ ਵੈਲਿਊ ਕਿੰਨੀ ਹੁੰਦੀ ਆਪਣੇ ਕੋਲ, ਲੈਟ ਕਰ ਲਓ 1 ਹੈ 1 ਹੈ। ਤਾਂ ਫੋਰਸ ਆਪਣੇ ਕੋਲ ਕਿਹਦੇ ਇਕੁਅਲ ਆ ਗਿਆ ਮਾਸ ਇੰਟੂ ਐਕਸਲਰੇਸ਼ਨ, ਮਤਲਬ ਗੁਣਾ ਕਿਹਦੀ ਆ ਗਈ ਆਪਣੇ ਕੋਲ ਮਾਸ ਦੀ, ਭਾਰ ਦੀ ਅਤੇ ਪ੍ਰਵੇਗ ਦੀ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਫੋਰਸ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਸ ਦੇ ਥਰੂ ਤੁਹਾਡੇ ਕੋਲ ਕੁਐਸਚਨਸ ਵੀ ਬਣਦੇ ਆ, ਤੁਹਾਨੂੰ ਆਉਣੇ ਚਾਹੀਦੇ ਨੇ ਕਿਉਂਕਿ ਕੁਛ ਵੀ ਪੁੱਛਿਆ ਜਾ ਸਕਦਾ। ਤਾਂ ਇਸ ਦੀ ਯੂਨਿਟ ਵੀ ਫੋਰਸ ਦੀ, ਅਗਰ ਮੈਂ ਯੂਨਿਟ ਦੀ ਗੱਲ ਕਰਾਂ, ਦੇਖੋ ਮਾਸ ਨੂੰ ਕਿਸ 'ਚ ਮੇਜ਼ਰ ਕਰਦੇ ਆ ਕਿਲੋਗ੍ਰਾਮ ਦੇ ਵਿੱਚ, ਐਕਸਲਰੇਸ਼ਨ ਨੂੰ ਅਗਰ ਮੈਂ ਗੱਲ ਕਰਾਂ ਮੀਟਰ ਪਰ ਸੈਕਿੰਡ ਸਕੇਅਰ ਦੇ ਵਿੱਚ ਕਰਦੇ ਹਾਂ, ਠੀਕ ਹੈ। ਤਾਂ ਦੇਖੋ ਹੁਣ ਇਹਦੀ ਵੀ ਜੋ SI ਯੂਨਿਟ ਹੈ ਇਹ ਕਿਸ ਦੇ ਨਾਲ ਦੀ ਹੈ, ਸੇਮ ਹੈ ਜੋ ਫੋਰਸ ਦੀ ਆਪਾਂ ਪਹਿਲਾਂ ਨਿਕਾਲੀ ਸੀ। ਤਾਂ ਇਹ ਕਿਹਦੇ ਇਕੁਅਲ ਹੋ ਜੂ ਨਿਊਟਨ ਦੇ ਇਕੁਅਲ, ਇਸ ਦੀ ਵੀ SI ਯੂਨਿਟ ਕੀ ਹੋ ਜੂਗੀ ਆਪਣੇ ਕੋਲ ਨਿਊਟਨ ਹੋ ਜੂਗੀ, ਠੀਕ ਹੈ ਜੀ। ਕੁਐਸਚਨਸ ਬਣਦੇ ਆ ਇਹਨਾਂ ਦੇ ਬੇਸਿਸ 'ਤੇ, ਤਾਂ ਧਿਆਨ ਨਾਲ ਸਮਝਿਓ ਇਹ ਜੋ ਟੌਪਿਕ ਹੈ, ਕਨਫਿਊਜ਼ ਨਹੀਂ ਹੋਣਾ। ਸੈਕਿੰਡ ਲਾ ਆਫ ਮੋਸ਼ਨ ਆਪਾਂ ਡੇਲੀ ਲਾਈਫ ਦੇ ਵਿੱਚ ਵੀ ਦੇਖਦੇ ਹਾਂ। ਕਿਵੇਂ ਦੇਖਦੇ ਹਾਂ, ਕਦੀ ਤੁਸੀਂ ਕ੍ਰਿਕਟ ਮੈਚ ਦੇਖਿਆ ਹੋਵੇ, ਕ੍ਰਿਕਟ ਮੈਚ ਦੇਖਿਆ, ਦੇਖੋ ਜੋ ਬੋਲਰ ਜਾਂ ਕੈਚ ਕਰਦਾ ਹੈ, ਜੋ ਜਿਨ੍ਹਾਂ ਦੀ ਬੈਟਿੰਗ ਹੁੰਦੀ ਹੈ, ਤਾਂ ਮੰਨ ਲਓ ਉਹਨਾਂ ਨੂੰ ਕੈਚ ਆਇਆ, ਜਦੋਂ ਵੀ ਉਹ ਕੈਚ ਕਰਦੇ ਨੇ ਤਾਂ ਉਹਨਾਂ ਦਾ ਹੱਥ ਕੀ ਹੈ, ਮੰਨ ਲਓ ਇੱਥੇ ਸੀ,
ਇਹ ਕੀ ਜਾਂਦਾ ਨੀਚੇ ਨੂੰ ਜਾਂਦਾ। ਤੁਸੀਂ ਕੈਚ ਨੋਰਮਲ ਲਾਈਫ ਦੇ ਵਿੱਚ ਕਰਕੇ ਦੇਖ ਲਿਓ, ਹੱਥ ਆਪਣਾ ਕੀ ਜਾਂਦਾ ਨੀਚੇ ਨੂੰ ਜਾਂਦਾ। ਕਿਸ ਦੀ ਵਜ੍ਹਾ ਨਾਲ ਹੋ ਰਿਹਾ? ਇਹ ਮੋਮੈਂਟਮ ਦੀ ਵਜ੍ਹਾ ਨਾਲ ਹੋ ਰਿਹਾ, ਕਿਉਂਕਿ ਜੋ ਇਹ ਬੋਲ ਆਈ ਹੈ ਨਾ, ਇੱਧਰੋਂ ਬੋਲ ਆਈ ਹੈ, ਇਸ ਦਾ ਕੋਈ ਨਾ ਕੋਈ ਮਾਸ ਹੈ। ਇਹ ਮਾਸ ਹੈ ਤਾਂ ਮਤਲਬ ਇੱਕ ਵੈਲੋਸਿਟੀ ਨਾਲ ਆ ਰਹੀ ਹੈ, ਇੱਕ ਭਾਰ ਹੈ ਇਹਦੇ ਵਿੱਚ, ਇੱਕ ਤੇਜ਼ ਸਪੀਡ ਦੇ ਨਾਲ ਆ ਰਹੀ ਹੈ। ਤਾਂ ਇਸ ਦੇ ਵਿੱਚ ਕੀ ਹੋਊਗਾ? ਜੋ ਹੱਥ ਹੈ ਆਪਣਾ ਕਿਸ ਨੂੰ ਜਾਂਦਾ? ਨੀਚੇ ਨੂੰ ਜਾਂਦਾ ਹੈ। ਕਰਕੇ ਦੇਖ ਲਿਓ ਇਹ ਕਿਸ 'ਤੇ ਬੇਸਡ ਹੈ? ਜੋ ਸੈਕਿੰਡ ਲਾ ਆਫ ਮੋਸ਼ਨ ਹੈ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਲਾ ਆਫ ਮੋਸ਼ਨ। ਥਰਡ ਲਾ ਆਫ ਮੋਸ਼ਨ, ਤੀਸਰਾ ਲਾ ਕੀ ਕਹਿੰਦਾ? ਇਹ ਕਹਿੰਦਾ ਦੇਖੋ ਥਰਡ ਲਾ ਕੀ ਕਹਿੰਦਾ? ਨਿਊਟਨ ਦਾ ਤੀਸਰਾ ਲਾ ਕੀ ਕਹਿੰਦਾ? ਕਹਿੰਦੇ ਕੋਈ ਵੀ ਬੋਡੀ ਅਗਰ ਫੋਰਸ ਐਗਜ਼ਰਟ ਕਰ ਰਹੀ ਹੈ ਦੂਸਰੀ ਬੋਡੀ 'ਤੇ, ਸੈਕਿੰਡ ਬੋਡੀ 'ਤੇ, ਤਾਂ ਜੋ ਸੈਕਿੰਡ ਜੋ ਆਪਣੇ ਕੋਲ ਆ ਬੋਡੀ ਹੈ ਇਹ ਐਗਜ਼ਰਟ ਕਰੂਗੀ ਇੱਕ ਫੋਰਸ ਜੋ ਕਿਸ ਦੇ ਇਕੁਅਲ ਹੋਊਗੀ? ਇਕੁਅਲ ਤੇ ਓਪੋਜ਼ਿਟ ਹੋਊਗੀ ਮੈਗਨੀਟਿਊਡ, ਇਨ ਡਾਇਰੈਕਸ਼ਨ ਦੇ ਵਿੱਚ ਕੀ ਹੈ? ਇਕੁਅਲ ਤੇ ਓਪੋਜ਼ਿਟ ਹੋਊਗੀ ਕਿਸ ਦੇ? ਜੋ ਫਸਟ ਫੋਰਸ ਸੀਗੀ। ਠੀਕ ਹੈ, ਕਲੀਅਰ ਹੋਇਆ? ਤਾਂ ਮਤਲਬ ਸਿੰਪਲ ਵੇ ਦੇ ਵਿੱਚ ਲਿਖਣਾ ਹੋਵੇ, ਹਰੇਕ ਜੋ ਐਕਸ਼ਨ ਹੈ, ਐਵਰੀ ਐਕਸ਼ਨ ਹੈਜ਼ ਐਨ ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ। ਇਕੁਅਲ ਤੇ ਓਪੋਜ਼ਿਟ ਕੀ ਹੋਊਗਾ? ਰਿਐਕਸ਼ਨ ਹੋਊਗਾ ਹਰੇਕ ਐਕਸ਼ਨ ਦਾ। ਜਿਵੇਂ ਹੁਣ ਮੈਂ ਗੱਲ ਕਰਾਂ, ਦੇਖੋ ਸਿੰਪਲ ਡੇਲੀ ਲਾਈਫ 'ਚ ਦੇਖੀਏ, ਮੰਨ ਲਓ ਕੋਈ ਬੱਚਾ ਨਾ ਦੂਸਰੇ ਬੱਚੇ ਨੂੰ ਮਾਰ ਦਿੰਦਾ, ਕੋਈ ਵੀ ਬੱਚਾ ਮੰਨ ਲਓ ਉਸਦੇ ਚਪੇੜ ਲਗਾਤੀ, ਠੀਕ ਹੈ, ਦੂਸਰੇ ਬੱਚੇ ਦੇ ਵੀ ਕੀ ਕਰਤੀ? ਚਪੇੜ ਲਗਾਤੀ। ਸੈਕਿੰਡ ਲਿਖ ਲਓ 1 ਦੀ। ਤਾਂ ਹੁਣ ਅਗਰ ਆਪਾਂ ਕਿਸੇ ਨੂੰ ਬਿਨਾਂ ਮਤਲਬ ਤੋਂ ਮਾਰ ਦਿਆ ਤਾਂ ਇਹ ਰਿਟਰਨ ਮਾਰੂਗਾ। ਠੀਕ ਹੈ, ਇਹ ਵੈਸੇ ਇਹ ਐਗਜ਼ਾਮਪਲ ਹੈ, ਸੀਰੀਅਸ ਨਾ ਲੈ ਜਿਓ। ਠੀਕ ਹੈ ਜੀ, ਤਾਂ ਠੀਕ ਹੈ, ਇਸ ਦਾ ਮਤਲਬ ਜਦੋਂ ਵੀ ਕੋਈ ਐਕਸ਼ਨ ਕਰਦਾ, ਇਸਨੇ ਐਕਸ਼ਨ ਕੀਤਾ ਇਸ ਬੱਚੇ 'ਤੇ, ਤਾਂ ਨਾਲ ਦੀ ਨਾਲ ਉਸਨੂੰ ਵੀ ਕੋਈ ਨਾ ਕੋਈ ਰਿਐਕਸ਼ਨ ਜ਼ਰੂਰ ਮਿਲੂਗਾ। ਠੀਕ ਹੈ, ਜਵਾਬ ਜ਼ਰੂਰ ਮਿਲੂਗਾ। ਕਿਵੇਂ? ਹੁਣ ਹੋਰ ਅਗਰ ਮੈਂ ਐਗਜ਼ਾਮਪਲ ਲਗਾ ਲੂੰ, ਅਗਰ ਫਸਟ ਬੋਡੀ, ਪਹਿਲੀ ਜੋ ਬੋਡੀ ਹੈ ਉਹ ਐਕਸ਼ਨ ਕਰ ਰਹੀ ਹੈ, ਤਾਂ ਇਸ ਦਾ ਮਤਲਬ ਜੋ ਸੈਕਿੰਡ ਬੋਡੀ ਹੈ ਉਹ ਕੀ ਕਰੂਗੀ? ਰਿਐਕਸ਼ਨ ਕਰੂਗੀ। ਠੀਕ ਹੈ ਜੀ, ਕਿਸ ਤਰ੍ਹਾਂ ਨਾਲ? ਹੁਣ ਅਗਰ ਐਗਜ਼ਾਮਪਲ ਲੈ ਲਓ, ਜਿਵੇਂ ਕੋਈ ਰੋਕੇਟ ਹੈ, ਜਦੋਂ ਵੀ ਕੋਈ ਰੋਕੇਟ ਉੱਪਰ ਨੂੰ ਜਾਂਦਾ ਹੈ, ਡਰਾ ਨਹੀਂ ਹੋਣਾ ਬਟ ਆਈਲ ਟਰਾਈ, ਮੰਨ ਲਓ ਹਾਂ, ਤਾਂ ਉਹ ਨੀਚੇ ਨੂੰ ਕੀ ਕਰਦਾ? ਕਾਫੀ ਸਾਰੀ ਗੈਸਿਸ ਨੂੰ ਕੀ ਕਰਦਾ? ਰਿਲੀਜ਼ ਕਰਦਾ। ਕਾਫੀ ਸਾਰੀ ਗੈਸਿਸ ਨੂੰ ਕੀ ਕਰਦਾ? ਰਿਲੀਜ਼ ਕਰਦਾ। ਜਦੋਂ ਰੋਕੇਟ ਕਿੱਧਰ ਜਾਊਗਾ? ਅਬਵ ਸਾਈਡ, ਅਪ ਸਾਈਡ ਜਾਊਗਾ, ਅਪਵਰਡ ਡਾਇਰੈਕਸ਼ਨ 'ਚ ਜਾਊਗਾ। ਠੀਕ ਹੈ, ਸਿਮਿਲਰਲੀ ਜਦੋਂ ਆਪਾਂ ਮੂਵ ਕਰਦੇ ਹਾਂ ਜਾਂ ਵਾਕ ਕਰਦੇ ਹਾਂ, ਤੁਸੀਂ ਚੱਲਦੇ ਹੋ ਨਾ, ਤਾਂ ਦੇਖਿਓ ਜਦੋਂ ਤੁਹਾਡੇ ਪੈਰ ਨੇ, ਜੋ ਫੁੱਟ ਨੇ, ਫੀਟ ਨੇ, ਇਹ ਅੱਗੇ ਵੱਲ ਨੂੰ ਜਾਂਦੇ ਨੇ, ਤਾਂ ਜੋ ਜ਼ਮੀਨ ਹੈ ਜਾਂ ਫਲੋਰ ਹੈ ਉਹ ਕੀ ਜਾਊਗਾ? ਪਿੱਛੇ ਵੱਲ ਨੂੰ ਜਾਂਦਾ। ਠੀਕ ਹੈ, ਇਸ ਦਾ ਮਤਲਬ ਕੀ ਹੈ? ਜਿਵੇਂ ਹੀ ਆਪਣੇ ਪੈਰ ਐਕਟ ਕਰਦੇ ਨੇ, ਜੋ ਫਲੋਰ ਹੈ ਰਿਐਕਟ ਕਰ ਰਿਹਾ, ਮੀਨਸ ਪਿੱਛੇ ਨੂੰ ਕੀ ਕਰ ਰਿਹਾ? ਮੂਵ ਕਰ ਰਿਹਾ। ਕਲੀਅਰ? ਉਮੀਦ ਹੈ ਤੁਸੀਂ ਕੀ ਹੈ ਸਮਝ ਗਏ ਹੋਗੇ। ਐਕਸ਼ਨ ਅਤੇ ਰਿਐਕਸ਼ਨ ਇਹ ਲਾਈਫ ਦੇ ਵਿੱਚ ਹਰ ਜਗ੍ਹਾ ਹੁੰਦਾ। ਠੀਕ ਹੈ ਜੀ, ਕੋਈ ਵੀ ਚੀਜ਼ ਹੈ, ਜਿਵੇਂ ਹੁਣ ਸਵਿਮਿੰਗ ਕਰਦੇ ਆ ਕੁਛ, ਜਦੋਂ ਕੋਈ ਵੀ ਪਰਸਨ ਜਾਂ ਬੱਚਾ ਕੀ ਕਰਦਾ? ਸਵਿਮਿੰਗ ਕਰਦਾ, ਤਾਂ ਦੇਖੋ ਉਹ ਕੀ ਹੈ? ਪੈਰ ਆਪਣੇ ਹੱਥ ਅੱਗੇ ਨੂੰ ਲੈ ਕੇ ਜਾਂਦਾ ਹੈ, ਜਿਸ ਨਾਲ ਬੋਡੀ ਅੱਗੇ ਨੂੰ ਜਾਂਦੀ ਹੈ। ਪਰ ਜੋ ਵਾਟਰ ਹੈ ਨਾ, ਉਹ ਕੀ ਜਾਂਦਾ? ਬੈਕ ਸਾਈਡ ਜਾਂਦਾ। ਇਹ ਜੋ ਪਾਣੀ ਹੈ ਇਹ ਕੀ ਜਾਊਗਾ? ਉਲਟ ਸਾਈਡ ਚੱਲੂਗਾ। ਇਸ ਦੇ ਨਾਲ ਕੀ ਹੁੰਦਾ? ਐਕਸ਼ਨ ਵੀ ਹੁੰਦਾ ਅਤੇ ਰਿਐਕਸ਼ਨ ਵੀ ਹੁੰਦਾ। ਠੀਕ ਹੈ, ਸਿਮਿਲਰਲੀ ਜਦੋਂ ਕਿ ਆਪਾਂ ਗਨ ਦੇ ਵਿੱਚੋਂ ਸ਼ੂਟ ਕਰਦੇ ਹਾਂ, ਤਾਂ ਜੋ ਕੋਈ ਵੀ ਮੰਨ ਲਓ ਪਿਸਟਲ ਹੈ, ਠੀਕ ਹੈ, ਬਸ ਸਮਝ ਲਿਓ, ਤਾਂ ਇਹ ਕੀ ਜਾਊਗੀ? ਜਦੋਂ ਸ਼ੂਟ ਕਰਦੀ ਹੈ ਤਾਂ ਐਕਸ਼ਨ ਕਰੂਗੀ, ਤਾਂ ਜੋ ਇਹ ਗਨ ਹੈ ਨਾ ਇਹ ਪਿੱਛੇ ਨੂੰ ਧੱਕਾ ਦਿੰਦੀ ਹੈ ਆਪਣੇ ਸ਼ੋਲਡਰ ਨੂੰ, ਤਾਂ ਕੀ ਹੁੰਦੀ ਹੈ? ਰਿਐਕਸ਼ਨ ਹੁੰਦੀ ਹੈ। ਠੀਕ ਹੈ ਜੀ, ਇਹ ਸਾਰੇ ਕਿਹਦੇ ਨੇ? ਜੋ ਨਿਊਟਨ ਦੇ ਤਿੰਨੋਂ ਲਾ ਨੇ। ਉਮੀਦ ਹੈ ਤੁਹਾਨੂੰ ਨਿਊਟਨਸ ਥਰਡ ਲਾ ਕਲੀਅਰ ਹੋ ਚੁੱਕਿਆ ਹੋਣਾ। ਮੀਨਸ ਨਿਊਟਨ ਦੇ 3 ਲਾ ਕੀ ਹੋ ਗਏ ਹੋਣੇ? ਕਲੀਅਰ ਹੋ ਗਏ ਹੋਣੇ। 3 ਲਾਜ਼ ਆਪਾਂ ਕਰ ਚੁੱਕੇ ਹਾਂ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ 3 ਲਾਜ਼ ਕੀ ਹੈ ਸਮਝ ਆ ਚੁੱਕੇ ਹੋਣੇ। ਅਤੇ ਅਗਰ ਕੋਈ ਵੀ ਤੁਹਾਨੂੰ ਡਾਊਟ ਹੋਇਆ 3 ਲਾਜ਼ ਦੇ ਵਿੱਚ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ। ਐਂਡ ਮੇਨਲੀ ਜੋ ਲਾਜ਼ ਹੁੰਦੇ ਆ ਨਾ ਇੰਗਲਿਸ਼ 'ਚ ਹੀ ਹੁੰਦੇ ਆ, ਤਾਂ ਕੋਸ਼ਿਸ਼ ਕਰਿਓ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਸਮਝਣ ਦੀ। ਐਂਡ ਅਗਰ ਆਪਾਂ ਗੱਲ ਕਰੀਏ ਫੀਡਬੈਕ ਦੇਣਾ ਨਾ ਭੁੱਲਿਓ, ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ।
ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਂਡ ਸ਼ੇਅਰ ਕਰੋ ਜੋ ਵੀ ਸਟੂਡੈਂਟਸ ਐਗਜ਼ਾਮਸ ਦੀ ਪ੍ਰਿਪਰੇਸ਼ਨ ਕਰ ਰਹੇ ਆ ਸੋ ਦੈਟ ਉਹ ਵੀ ਫ੍ਰੀ ਕਲਾਸਿਸ ਦਾ ਬੈਨੀਫਿਟ ਉਠਾ ਸਕਣ। ਕਲੀਅਰ, ਸ਼ੇਅਰ ਤਾਂ ਆਪਾਂ ਕਰ ਹੀ ਸਕਦੇ ਹਾਂ। ਠੀਕ ਹੈ ਜੀ, ਥੈਂਕ ਯੂ ਸੋ ਮਚ ਐਂਡ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ। ਥੈਂਕ ਯੂ ਸੋ ਮਚ, ਪਲੀਜ਼ ਸ਼ੇਅਰ ਕਰੋ ਵੀਡੀਓਜ਼ ਨੂੰ। ਥੈਂਕ ਯੂ।